ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਮਾਜਿਕ ਸਿੱਖਿਆ ਦੀ ਕਲਾਸ ਦੇ ਵਿੱਚ 10ਵੀਂ ਸ਼੍ਰੇਣੀ ਦਾ ਪਾਠ ਨੰਬਰ 3 ਹੈ ਜਲਵਾਯੂ ਭੂਗੋਲ ਦਾ। ਅੱਜ ਅਸੀਂ ਇਸ ਲੈਸਨ ਨੂੰ ਸਲਾਈਡ ਮਾਧਿਅਮ ਦੇ ਦੁਆਰਾ ਸਮਝਾਂਗੇ ਔਰ ਅੰਤ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਮੈਪ ਵੀ ਕਰਾਂਗੇ ਔਰ ਨਾਲ ਨਾਲ ਇਸ ਦੇ ਪ੍ਰਸ਼ਨ ਉੱਤਰ ਵੀ ਤੁਹਾਨੂੰ ਇਸ ਦੇ ਨਾਲ ਹੀ ਦਿੱਤੇ ਜਾਣਗੇ ਜੋ ਤੁਸੀਂ ਆਪਣੀ ਕਾਪੀ ਉੱਪਰ ਨੋਟ ਕਰ ਸਕਦੇ ਹੋ। ਸ਼ੁਰੂ ਕਰਦੇ ਹਾਂ ਜੀ। ਜਲਵਾਯੂ, ਸਭ ਤੋਂ ਪਹਿਲਾਂ ਜਲਵਾਯੂ ਜਾਂ ਪੌਣ ਪਾਣੀ ਸ਼ਬਦ ਦਾ ਅਰਥ ਹੈ ਕਿ ਕਿਸੇ ਸਥਾਨ 'ਤੇ ਲੰਬੇ ਸਮੇਂ ਮੌਸਮੀ ਹਾਲਾਤਾਂ ਜਿਨ੍ਹਾਂ ਵਿੱਚ ਇੱਕ ਜਗ੍ਹਾ ਦਾ ਤਾਪਮਾਨ, ਉੱਥੇ ਵਹਿ ਰਹੀ ਹਵਾ, ਵਾਯੂ ਵਿੱਚ ਪਾਣੀ ਦੀ ਮਾਤਰਾ ਕਿੰਨੀ ਰਹਿੰਦੀ ਹੈ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਲਵਾਯੂ ਦੇ ਵਿੱਚ ਸ਼ਾਮਲ ਹੋ ਜਾਂਦੀਆਂ। ਠੀਕ ਹੈ, ਕਿਸੇ ਸਥਾਨ 'ਤੇ ਲੰਬੇ ਸਮੇਂ ਮੌਸਮੀ ਹਾਲਾਤਾਂ ਜਿਨ੍ਹਾਂ ਵਿੱਚ ਇੱਕ ਜਗ੍ਹਾ ਦਾ ਤਾਪਮਾਨ ਅਤੇ ਉੱਥੇ ਵਹਿ ਰਹੀ ਹਵਾ ਵਿੱਚ ਪਾਣੀ ਦੀ ਮਾਤਰਾ ਕਿੰਨੀ ਰਹਿੰਦੀ ਹੈ। ਔਰ ਹਰੇਕ ਜਗ੍ਹਾ 'ਤੇ ਜਲਵਾਯੂ ਅਸੀਂ ਦੇਖਦੇ ਹਾਂ ਅਲੱਗ ਅਲੱਗ ਰਹਿੰਦੀ ਹੈ। ਕਿਸੇ ਸਥਾਨ 'ਤੇ ਲੰਬੇ ਸਮੇਂ ਮੌਸਮੀ ਹਾਲਾਤਾਂ ਜਿਨ੍ਹਾਂ ਵਿੱਚ ਇੱਕ ਜਗ੍ਹਾ ਦਾ ਤਾਪਮਾਨ, ਹਵਾ ਵਿੱਚ ਨਮੀ ਦੀ ਮਾਤਰਾ ਸ਼ਾਮਲ ਹੁੰਦੀ ਹੈ। ਇਹ ਧਰਾਤਲੀ ਭਿੰਨਤਾ ਸਮੁੰਦਰ ਤੋਂ ਫਾਸਲੇ ਅਤੇ ਭੂ-ਮੱਧ ਰੇਖਾ ਤੋਂ ਦੂਰੀ ਅਨੁਸਾਰ ਨਿਰਧਾਰਿਤ ਕੀਤੀ ਜਾਂਦੀ। ਇਹ ਜਿਹੜੀ ਭਿੰਨਤਾ ਹੈਗੀ ਹੈ ਸਮੁੰਦਰ ਤੋਂ ਫਾਸਲੇ, ਵੀ ਕੋਈ ਜਿਹੜਾ ਸਥਾਨ ਹੈਗਾ ਉਹ ਸਮੁੰਦਰ ਤੋਂ ਕਿੰਨਾ ਦੂਰ ਹੈ, ਜਾਂ ਫਿਰ ਭੂ-ਮੱਧ ਰੇਖਾ ਤੋਂ ਉਸ ਦੀ ਦੂਰੀ ਅਨੁਸਾਰ ਨਿਰਧਾਰਿਤ ਕੀਤੀ ਹੈ। ਠੀਕ ਹੈ ਜੀ। ਭਾਰਤ ਇੱਕ ਵਿਸ਼ਾਲ ਦੇਸ਼ ਹੈ ਜਿਸ ਦੀਆਂ ਵੱਡੀਆਂ ਧਰਾਤਲੀ ਇਕਾਈਆਂ ਪ੍ਰਾਇਦੀਪੀ ਹੋਂਦ ਅਤੇ ਕਰਕ ਰੇਖਾ ਦੀ ਸਥਿਤੀ ਇਸ ਦੇ ਜਲਵਾਯੂ 'ਤੇ ਸਪਸ਼ਟ ਪ੍ਰਭਾਵ ਪਾਉਂਦੇ ਹਨ। ਇਹਨਾਂ ਭਿੰਨਤਾਵਾਂ ਕਾਰਨ ਹੀ ਇਸ ਦੇ ਤਾਪਮਾਨ, ਵਰਖਾ, ਤੂਫਾਨ, ਪੌਣਾ ਅਤੇ ਬੱਦਲਾਂ ਆਦਿ ਦੀ ਮਾਤਰਾ ਵਿੱਚ ਭਿੰਨਤਾਵਾਂ ਮਿਲਦੀਆਂ ਹਨ। ਤੁਸੀਂ ਸਾਰੇ ਜਾਣਦੇ ਹੀ ਆ ਕਿ ਭਾਰਤ ਦੇ ਵਿੱਚ ਜਿਹੜਾ ਤਾਪਮਾਨ ਹੈ ਇੱਕ ਸਮਾਨ ਨਹੀਂ ਹੈ, ਵਰਖਾ ਵੀ ਇੱਕ ਸਮਾਨ ਨਹੀਂ ਹੁੰਦੀ, ਯਾਨੀ ਕਿ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਭਿੰਨਤਾਵਾਂ ਪਾਈਆਂ ਜਾਂਦੀਆਂ ਨੇ। ਕਿਤੇ ਵਰਖਾ ਬਹੁਤ ਜ਼ਿਆਦਾ ਹੁੰਦੀ ਹੈ, ਕਿਤੇ ਬਹੁਤ ਘੱਟ ਹੁੰਦੀ ਹੈ। ਠੀਕ ਹੈ, ਇੱਥੋਂ ਤੱਕ ਕਿ ਸੰਸਾਰ ਵਿੱਚ ਸਭ ਤੋਂ ਘੱਟ ਹੋਣ ਵਾਲੀ ਵਰਖਾ ਵੀ ਔਰ ਸਭ ਤੋਂ ਵੱਧ ਹੋਣ ਵਾਲੀ ਵਰਖਾ ਦੇ ਸਥਾਨ ਵੀ ਹੈ। ਇਸੇ ਤਰ੍ਹਾਂ ਭਾਰਤ ਦੀਆਂ ਇਹ ਇਕਾਈਆਂ, ਧਰਾਤਲੀ ਇਕਾਈਆਂ ਪ੍ਰਾਇਦੀਪੀ ਹੋਂਦ ਅਤੇ ਕਰਕ ਰੇਖਾ ਦੀ ਸਥਿਤੀ ਦੇ ਕਾਰਨ ਹੀ ਇਹ ਸਾਰਾ ਹੈ ਜੋ ਅਸੀਂ ਅੱਗੇ ਇਸੇ ਤਰ੍ਹਾਂ ਇਸ ਨੂੰ ਪੜ੍ਹਦੇ ਰਹਾਂਗੇ। ਹੁਣ ਖੇਤਰੀ ਭਿੰਨਤਾਵਾਂ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਤਾਪਮਾਨ। ਤਾਪਮਾਨ ਪੱਖੋਂ ਦੇਸ਼ ਵਿੱਚ ਸਰਦੀਆਂ ਵਿੱਚ ਕਾਰਗਲ ਦੇ ਨੇੜੇ ਦਰਾਸ ਨਾਮ ਦੇ ਸਥਾਨ ਉੱਤੇ -45 ਡਿਗਰੀ ਸੈਲਸੀਅਸ ਤੱਕ ਤਾਪਮਾਨ ਗਿਰ ਜਾਂਦਾ ਹੈ, ਪਰ ਉਸੇ ਵੇਲੇ ਤਾਮਿਲਨਾਡੂ ਦੇ ਚੇਨਈ ਦੇ ਸਥਾਨ ਤੇ 20 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਹੁੰਦਾ ਹੈ। ਇਸੇ ਤਰ੍ਹਾਂ ਗਰਮੀਆਂ ਵਿੱਚ ਜੈਸਲਮੇਰ ਵਿੱਚ 50 ਡਿਗਰੀ ਸੈਲਸੀਅਸ ਅਤੇ ਸ਼੍ਰੀਨਗਰ ਵਿੱਚ 20 ਡਿਗਰੀ ਸੈਲਸੀਅਸ ਤੱਕ ਤਾਪਮਾਨ ਹੁੰਦਾ ਹੈ। ਤੁਸੀਂ ਆਪ ਹੀ ਅੰਦਾਜ਼ਾ ਲਗਾਓ ਕਿੰਨੀ ਭਿੰਨਤਾ ਪਾਈ ਜਾਂਦੀ ਹੈ ਤਾਪਮਾਨ ਦੇ ਵਿੱਚ। ਸਾਡੇ ਕਿਤੇ ਮਾਈਨਸ ਡਿਗਰੀ ਹੁੰਦਾ, -45 ਡਿਗਰੀ ਤੱਕ ਤਾਪਮਾਨ ਹੈ, ਤਾਂ ਕਿਤੇ 20 ਡਿਗਰੀ ਸੈਲਸੀਅਸ ਹੈ। 50 ਡਿਗਰੀ ਗਰਮੀਆਂ ਦੇ ਵਿੱਚ ਦਾ ਤਾਪਮਾਨ ਦੱਸਿਆ ਗਿਆ, ਯਾਨੀ ਕਿ ਇਹ ਤਾਪਮਾਨ ਵਿੱਚ ਵੀ ਭਿੰਨਤਾ ਜਿਹੜੀ ਹੈ ਦਿਖਾਈ ਗਈ ਹੈ। ਅੱਗੇ ਵਰਖਾ ਦੇ ਹਿਸਾਬ ਨਾਲ ਚਿਰਾਪੂੰਜੀ ਦੇ ਪਿੰਡ ਮਸੀਨਰਮ ਵਿੱਚ ਦੇਸ਼ ਦੀ ਵੱਧ ਤੋਂ ਵੱਧ ਸਾਲਾਨਾ ਵਰਖਾ 1080 ਸੈਂਟੀਮੀਟਰ ਹੁੰਦੀ ਹੈ। ਬਹੁਤ ਮਹੱਤਵਪੂਰਨ ਹੈ, ਇਸ ਨੂੰ ਨੋਟ ਡਾਊਨ ਜ਼ਰੂਰ ਕਰੋ, ਪੁਆਇੰਟ ਆਊਟ ਰਹਿਣਾ ਚਾਹੀਦਾ। ਚਿਰਾਪੂੰਜੀ ਵਿੱਚ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ। ਪਿੰਡ ਮਸੀਨਰਮ ਵਿੱਚ ਦੇਸ਼ ਦੀ ਸਭ ਤੋਂ ਵੱਧ, ਠੀਕ ਆ, ਸੰਸਾਰ ਦੀ ਵੀ ਸਭ ਤੋਂ ਵੱਧ ਵਰਖਾ ਹੁੰਦੀ ਹੈ। ਤੁਹਾਨੂੰ ਦੱਸ ਦਈਏ ਵੱਧ ਸਾਲਾਨਾ ਵਰਖਾ 1080 ਸੈਂਟੀਮੀਟਰ ਹੁੰਦੀ ਹੈ, ਜਦ ਕਿ ਥਾਰ ਮਾਰੂਥਲ ਵਿੱਚ ਇਹ ਕੇਵਲ 12 ਸੈਂਟੀਮੀਟਰ ਹੁੰਦੀ ਹੈ। ਕਿੱਡੀ ਵੱਡੀ ਭਿੰਨਤਾ ਹੈ, ਦੇਖ ਲਓ। ਇੱਥੇ ਜੈਸਲਮੇਰ ਦੇ ਲੋਕ ਬੱਦਲਾਂ ਲਈ ਤਰਸ ਜਾਂਦੇ ਹਨ। ਜਿੱਥੇ ਜੈਸਲਮੇਰ ਦੇ ਲੋਕ ਆ ਜਿਹੜੇ ਬੱਦਲਾਂ ਲਈ ਤਰਸ ਜਾਂਦੇ ਹਨ, ਉੱਥੇ ਮੇਘਾਲਿਆ ਵਿੱਚ ਸਾਰਾ ਸਾਲ ਆਕਾਸ਼ ਬੱਦਲਾਂ ਨਾਲ ਢਕਿਆ ਰਹਿੰਦਾ ਹੈ। ਇਹ ਹੋ ਗਈ ਵਰਖਾ। ਇਹ ਖੇਤਰੀ ਭਿੰਨਤਾਵਾਂ ਦੇ ਵਿੱਚ ਪੜ੍ਹ ਰਹੇ ਹਾਂ। ਪਹਿਲਾ ਤਾਪਮਾਨ ਸੀਗਾ, ਹੁਣ ਆਈ ਹੈ ਵਰਖਾ। ਉਸ ਤੋਂ ਅੱਗੇ ਆ ਗਿਆ ਜੀ ਮੁੰਬਈ ਅਤੇ ਹੋਰ ਤੱਟੀ ਖੇਤਰਾਂ ਵਿੱਚ ਸਮੁੰਦਰ ਦਾ ਅਸਰ ਹੋਣ ਕਰਕੇ ਸਮ ਜਲਵਾਯੂ ਪ੍ਰਭਾਵ ਬਣਿਆ ਰਹਿੰਦਾ ਹੈ। ਔਰ ਉੱਥੇ ਦਿੱਲੀ, ਲੁਧਿਆਣਾ ਆਦਿ ਦੇ ਅੰਦਰੂਨੀ ਭਾਗਾਂ ਵਿੱਚ ਜਲਵਾਯੂ ਅਤ ਦੀ ਕਠੋਰ ਹੁੰਦੀ ਹੈ, ਅਰਥਾਤ ਸਰਦੀਆਂ ਵਿੱਚ ਅਤ ਸਰਦ ਅਤੇ ਗਰਮੀਆਂ ਵਿੱਚ ਅਤ ਗਰਮ। ਕਹਿਣ ਦਾ ਮਤਲਬ ਸਮ ਜਲਵਾਯੂ ਦਾ ਮਤਲਬ ਜਿੱਥੇ ਤਾਪਮਾਨ ਨਾ ਤਾਂ ਜ਼ਿਆਦਾ ਠੰਡਾ ਹੁੰਦਾ ਅਤੇ ਨਾ ਉੱਥੇ ਜ਼ਿਆਦਾ ਕੀ ਹੈ ਗਰਮੀ ਹੁੰਦੀ ਹੈ। ਠੀਕ ਹੈ ਜੀ। ਮੁੰਬਈ ਦੇ ਤੱਟੀ ਖੇਤਰਾਂ ਵਿੱਚ ਜਿਹੜਾ ਸਮੁੰਦਰ ਦਾ ਅਸਰ, ਯਾਨੀ ਕਿ ਸਮੁੰਦਰ ਦੇ ਨੇੜੇ ਹੋਣ ਦੇ ਕਾਰਨ ਉੱਥੇ ਜਿਹੜਾ ਸਮ ਜਲਵਾਯੂ ਪ੍ਰਭਾਵ ਬਣਿਆ ਰਹਿੰਦਾ, ਯਾਨੀ ਕਿ ਨਾ ਤਾਂ ਜ਼ਿਆਦਾ ਉੱਥੇ ਗਰਮੀ ਹੁੰਦੀ ਹੈ ਔਰ ਨਾ ਹੀ ਜ਼ਿਆਦਾ ਉੱਥੇ ਕੀ ਹੈ ਠੰਡ ਹੁੰਦੀ ਹੈ। ਉੱਥੇ ਦੂਜੇ ਪਾਸੇ ਕਹਿੰਦੇ ਦਿੱਲੀ ਅਤੇ ਲੁਧਿਆਣੇ ਦੀ ਗੱਲ ਕਰੀਏ ਤਾਂ ਅੰਦਰੂਨੀ ਭਾਗਾਂ ਵਿੱਚ ਜਲਵਾਯੂ ਅਤ ਦੀ ਕਠੋਰ ਮੀਨਸ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਅਤੇ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਸਰਦੀ ਹੋ ਜਾਂਦੀ ਹੈ। ਅੱਗੇ ਜਲਵਾਯੂ ਨੂੰ ਨਿਰਧਾਰਿਤ ਕਰਨ ਵਾਲੇ ਤੱਤ ਹੈ ਜੀ ਸਾਡੇ ਕੋਲੇ ਸਾਹਮਣੇ ਇੱਕ ਸਲਾਈਡ ਉਹਦਾ ਬਣਿਆ ਹੋਇਆ, ਦੇਖੋ। ਭੂ-ਮੱਧ ਰੇਖਾ ਤੋਂ ਦੂਰੀ,
ਵੀ ਇਹ ਜਿਹੜੇ ਤੱਤ ਹੈਗੇ ਆ ਜਲਵਾਯੂ ਨੂੰ ਨਿਰਧਾਰਿਤ ਕਰਨ ਵਾਲੇ ਤੱਤ ਹੈ ਕਿਸੇ ਸਥਾਨ ਦੇ ਭੂਮੱਧ ਰੇਖਾ ਤੋਂ ਦੂਰੀ। ਭਾਰਤ ਦੇਸ਼ ਧਰਤੀ ਦੇ ਉੱਤਰੀ ਗੋਲਾ ਅਰਧ ਵਿੱਚ ਭੂਮੱਧ ਰੇਖਾ ਦੇ ਪਾਸ ਸਥਿਤ ਹੈ, ਜਿਸ ਕਰਕੇ ਹਿਮਾਲਿਆ ਪਰਬਤੀ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਲਗਭਗ ਸਾਰੇ ਖੇਤਰਾਂ ਵਿੱਚ ਸਾਰਾ ਸਾਲ ਤਾਪਮਾਨ ਉੱਚਾ ਰਹਿੰਦਾ ਹੈ। ਠੀਕ ਹੈ, ਤੁਹਾਨੂੰ ਪਹਿਲਾਂ ਹੀ ਦੱਸਿਆ ਜਿਵੇਂ ਭੂਮੱਧ ਰੇਖਾ ਤੋਂ ਦੂਰੀ ਨਿਰਧਾਰਿਤ ਕਰਦੀ ਹੈ ਕਿਸੇ ਸਥਾਨ ਦੇ ਜਲਵਾਯੂ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਧਰਾਤਲ। ਧਰਾਤਲ ਦੇ ਵਿੱਚ ਅਸੀਂ ਦੇਖਦੇ ਹਾਂ ਇੱਕ ਪਾਸੇ ਸਾਡੇ ਦੇਸ਼ ਵਿੱਚ ਪਰਬਤ ਲੜੀਆਂ, ਕਿਤੇ ਮੈਦਾਨ ਆ, ਕਿਤੇ ਇੰਨੇ ਉੱਚੇ ਉੱਚੇ ਪਰਬਤ ਹੈ ਕਿ ਸਾਰਾ ਸਾਲ ਜਿਹੜਾ ਉਹ ਬਰਫ਼ਾਂ ਨਾਲ ਢਕੇ ਰਹਿੰਦੇ ਆ, ਅਤੇ ਉੱਥੇ ਕੀ ਹੈ ਸ਼ੀਤ ਲਹਿਰਾਂ ਚੱਲਦੀਆਂ ਰਹਿੰਦੀਆਂ। ਠੀਕ ਹੈ, ਔਰ ਅਸੀਂ ਇਹ ਵੀ ਪੜ੍ਹਿਆ ਦੂਜੇ ਪਾਸੇ ਕਈ ਇਸ ਤਰ੍ਹਾਂ ਦੀਆਂ ਜਗ੍ਹਾ ਵੀ ਹੈਗੀਆਂ ਜਿੱਥੇ ਕੀ ਹੈ ਸਾਡੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਕੀ ਹੈ ਮੈਦਾਨੀ ਇਲਾਕਾ ਵੀ ਮਿਲਦਾ ਹੈਗਾ। ਠੀਕ ਹੈ, ਯਾਨੀ ਕਿ ਇਹ ਧਰਾਤਲ ਦੀ ਭਿੰਨਤਾ ਦੇ ਕਾਰਨ ਵੀ ਇਹਦੇ ਨਾਲ ਇਹਦੇ ਅਸਰ ਦੇ ਕਾਰਨ ਵੀ ਜਿਹੜਾ ਹੈਗਾ ਇਹ ਜਲਵਾਯੂ ਦੇ ਵਿੱਚ ਭਿੰਨਤਾ ਪਾਈ ਜਾਂਦੀ ਹੈ। ਵਾਯੂ ਦਾਬ ਪ੍ਰਣਾਲੀ। ਵਾਯੂ ਦਾਬ ਪ੍ਰਣਾਲੀ ਵੀ ਇੱਕ ਜਲਵਾਯੂ ਨਿਰਧਾਰਿਤ ਕਰਨ ਵਾਲਾ ਤੱਤ ਹੈ। ਗਰਮੀਆਂ ਦੀ ਰੁੱਤ ਸ਼ੁਰੂ ਹੋਣ ਸਾਰ ਹੀ ਸੂਰਜ ਦੀਆਂ ਸਿੱਧੀਆਂ ਕਿਰਨਾਂ ਉੱਤਰੀ ਗੋਲਾ ਅਰਧ ਵਿੱਚ ਕਰਕ ਰੇਖਾ ਵੱਲ ਵਧਣ ਲੱਗਦੀਆਂ ਹਨ, ਜਿਸ ਦੇ ਨਤੀਜੇ ਵਜੋਂ ਜਿਹੜਾ ਉੱਤਰੀ ਭਾਗਾਂ ਦਾ ਤਾਪਮਾਨ ਵੱਧ ਜਾਂਦਾ ਹੈ। ਠੀਕ ਹੈ ਜੀ, ਯਾਨੀ ਕਿ ਇਹਦੇ ਨਾਲ ਵੀ ਵਾਯੂ ਦਾਬ ਪ੍ਰਣਾਲੀ ਦੇ ਕਾਰਨ ਵੀ ਕੀ ਹੈ ਇਹ ਵੀ ਕੀ ਹੈ ਉਹਨੂੰ ਦਰਸਾਉਂਦੀ ਹੈ ਵੀ ਕਿਤੇ ਤਾਪਮਾਨ ਵੱਧ ਜਾਂਦਾ ਹੈਗਾ ਔਰ ਕਿਤੇ ਤਾਪਮਾਨ ਘਟ ਜਾਂਦਾ ਹੈਗਾ। ਤਾਪਮਾਨ ਦੇ ਵਾਧੇ ਦੇ ਨਾਲ ਹੀ ਉੱਤਰੀ ਵਿਸ਼ਾਲ ਮੈਦਾਨਾਂ ਵਿੱਚ ਜਿਹੜਾ ਘੱਟ ਹਵਾ ਦੇ ਦਬਾਅ ਦੇ ਕੇਂਦਰ ਬਣਨੇ ਸ਼ੁਰੂ ਹੋ ਜਾਂਦੇ ਆ, ਜਿਨ੍ਹਾਂ ਕਾਰਨ ਅੰਤਰ ਉਸ਼ਮ ਸੁਮੇਲ ਖੇਤਰ ਵੀ ਕਿਹਾ ਜਾਂਦਾ ਹੈ। ਦੂਸਰੇ ਪਾਸੇ ਸਰਦੀਆਂ ਵਿੱਚ ਇਹੀ ਮੈਦਾਨੀ ਭਾਗ ਜ਼ਿਆਦਾ ਠੰਡਾ ਹੋ ਜਾਣ ਕਰਕੇ ਵੱਧ ਦਬਾਅ ਦੇ ਕੇਂਦਰਾਂ ਵਿੱਚ ਤਬਦੀਲ ਹੋ ਜਾਂਦੇ ਹਨ ਅਤੇ ਘੱਟ ਦਬਾਅ ਹਿੰਦ ਮਹਾਸਾਗਰਾਂ 'ਤੇ ਹੁੰਦਾ ਹੈ। ਯਾਨੀ ਕਿ ਵਾਯੂ ਦਾ ਵੀ ਜਿਹੜਾ ਹੈਗਾ ਜਲਵਾਯੂ ਨੂੰ ਨਿਰਧਾਰਿਤ ਕਰਨ ਵਾਲਾ। ਮੌਸਮੀ ਪੌਣਾ। ਮੌਸਮੀ ਪੌਣਾ ਤੁਸੀਂ ਜਾਣਦੇ ਹੋ ਗਰਮੀਆਂ ਦੇ 6 ਮਹੀਨੇ ਸਮੁੰਦਰ ਤੋਂ ਥਲ ਵੱਲ ਚੱਲਣ ਵਾਲੀਆਂ ਪੌਣਾ ਜਿਹੜੀਆਂ ਹੁੰਦੀਆਂ। ਠੀਕ ਹੈ ਜੀ, ਉਹ ਕੀ ਆ ਸਾਡੇ ਕੋਲੇ ਗਰਮ ਅਤੇ ਸਿੱਲੀਆਂ, ਅਤੇ ਸਰਦੀਆਂ ਦੇ 6 ਮਹੀਨੇ ਥਲ ਤੋਂ ਸਾਗਰ ਵੱਲ ਪੌਣਾ ਚੱਲਦੀਆਂ, ਯਾਨੀ ਕਿ ਇਹ ਵੀ ਕੀ ਆ ਉਹ ਕੀ ਹੁੰਦੀਆਂ ਖੁਸ਼ਕ ਹੁੰਦੀਆਂ। ਠੀਕ ਹੈ, ਨੇਚਰ ਜੀ ਗੱਲ ਆ ਜਿਹੜੀਆਂ ਪੌਣਾ ਸਮੁੰਦਰ ਤੋਂ ਥਲ ਵੱਲ ਚੱਲਣਗੀਆਂ ਉਹ ਨਮੀ ਨਾਲ ਭਰਪੂਰ ਹੁੰਦੀਆਂ। ਠੀਕ ਹੈ, ਗਰਮ ਹੁੰਦੀਆਂ, ਸਿੱਲੀਆਂ ਹੁੰਦੀਆਂ। ਪਰ ਜਿਹੜੀਆਂ ਹੁਣ ਥਲ ਤੋਂ ਸਮੁੰਦਰ ਵੱਲ ਜਾਣਗੀਆਂ ਪੌਣਾ ਉਹ ਕੀ ਆ ਠੰਡੀਆਂ ਅਤੇ ਖੁਸ਼ਕ ਹੁੰਦੀਆਂ। ਇਹਨਾਂ ਪੌਣਾ ਦੇ ਆਧਾਰ 'ਤੇ ਦੇਸ਼ ਦੇ ਵੱਖੋ ਵੱਖਰੇ ਮੌਸਮ ਬਣਦੇ ਰਹਿੰਦੇ ਹਨ। ਹਿੰਦ ਮਹਾਸਾਗਰ ਦੀ ਨੇੜਤਾ, ਇਹ ਵੀ ਕੀ ਹੈ ਜਲਵਾਯੂ ਨੂੰ ਇੱਕ ਨਿਰਧਾਰਿਤ ਕਰਨ ਵਾਲਾ ਮੁੱਖ ਤੱਤ ਹੈ। ਸਮੁੱਚੇ ਜਲਵਾਯੂ ਦੇ ਨਾਲ ਲੱਗਦੇ ਵਿਸ਼ਾਲ ਹਿੰਦ ਮਹਾਸਾਗਰ ਦੇ ਅਮਿਟ ਛਾਪ ਛੱਡ ਜਾਂਦੇ। ਪੱਧਰੀ ਸਤਹ ਦੇ ਕਾਰਨ ਹੀ ਭੂਮੱਧ ਰੇਖਾ ਦੇ ਦੱਖਣੀ ਭਾਗਾਂ ਤੋਂ ਵੀ ਦੱਖਣ ਪੱਛਮੀ ਮੌਨਸੂਨ ਪੌਣਾ ਪੂਰੀ ਤੇਜ਼ ਗਤੀ ਨਾਲ ਦੇਸ਼ ਵੱਲ ਵੱਧਦੀਆਂ। ਯਾਨੀ ਕਿ ਹਿੰਦ ਮਹਾਸਾਗਰ ਦੀ ਨੇੜਤਾ ਵੀ ਜਿਹੜੀ ਹੈ ਇਸ ਨੂੰ ਜਲਵਾਯੂ ਨੂੰ ਨਿਰਧਾਰਿਤ ਕਰਦੀ ਹੈ, ਨਿਰਧਾਰਿਤ ਕਰਨ ਵਾਲਾ ਇੱਕ ਮੁੱਖ ਤੱਤ ਹੈ। ਇਹ ਸੀਗੇ ਜਲਵਾਯੂ ਨੂੰ ਨਿਰਧਾਰਿਤ ਕਰਨ ਵਾਲੇ ਮੁੱਖ ਤੱਤ। ਅਸੀਂ ਇਸ ਨੂੰ ਆਪਣੀ ਬੁੱਕ ਦੇ ਉੱਪਰ ਦੇਖਾਂਗੇ, ਥੋੜ੍ਹਾ ਥੋੜ੍ਹਾ ਡਿਫਾਈਨ ਜ਼ਰੂਰ ਕਰਨਾ ਇਸ ਨੂੰ, ਜਦ ਇਹ 5 ਨੰਬਰ ਦੇ ਕੁਐਸਚਨ ਦੇ ਵਿੱਚ ਆਉਂਦਾ ਸਾਡੇ ਕੋਲੇ। ਅੱਗੇ ਆ ਗਿਆ ਸਾਡੇ ਕੋਲੇ ਭਾਰਤੀ ਮੌਨਸੂਨ ਪ੍ਰਣਾਲੀ। ਹੁਣ ਭਾਰਤੀ ਮੌਨਸੂਨ ਪ੍ਰਣਾਲੀ ਕਿਸ ਪ੍ਰਕਾਰ ਦੀ ਹੈ? ਮੌਨਸੂਨ ਸ਼ਬਦ ਦਾ ਜਨਮ ਅਰਬੀ ਭਾਸ਼ਾ ਦੇ ਮੌਸਮ ਸ਼ਬਦ ਤੋਂ ਹੋਇਆ ਹੈ, ਜਿਸ ਦਾ ਅਰਥ ਮੌਸਮ ਦੇ ਬਦਲਣ ਨਾਲ ਸਥਾਨਕ ਪਾਉਣ ਵਿੱਚ ਮਿਲਣ ਵਾਲੇ ਤੱਤਾਂ ਵਿੱਚ ਪਰਿਵਰਤਨ ਹੋ ਜਾਣ ਤੋਂ ਹੈ। ਇਹ ਥੋੜ੍ਹੇ ਸਮੇਂ ਬਾਅਦ ਬਦਲਣ ਵਾਲੀਆਂ ਪੌਣਾਂ ਨੂੰ ਹੀ ਮੌਸਮੀ ਜਾਂ ਮੌਨਸੂਨ ਪੌਣਾ ਕਿਹਾ ਜਾਂਦਾ ਹੈ। ਠੀਕ ਹੈ ਜੀ, ਅੱਗੇ ਸਾਡੇ ਕੋਲੇ ਆ ਗਿਆ ਹੁਣ ਮੌਨਸੂਨੀ ਵਰਖਾ ਦੀਆਂ ਵਿਸ਼ੇਸ਼ਤਾਵਾਂ ਕੀ ਹੈ। ਜਿਹੜੀ ਮੌਨਸੂਨ ਪੌਣਾ ਪੜ੍ਹ ਲਈਆਂ, ਹੁਣ ਮੌਨਸੂਨੀ ਵਰਖਾ ਦੀਆਂ ਵਿਸ਼ੇਸ਼ਤਾਵਾਂ ਕੀ ਹੈ। ਵਿਸ਼ੇਸ਼ਤਾਵਾਂ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਵਰਖਾ ਦੀ ਰੁੱਤ ਅਤੇ ਮਾਤਰਾ। ਹੁਣ ਦੇਸ਼ ਵਿੱਚ ਸਾਡੇ ਦੇਸ਼ ਦੇ ਵਿੱਚ ਤੁਸੀਂ ਦੇਖਿਆ ਹੈਗਾ ਜਿਹੜੀ ਵਰਖਾ ਦੀ ਰੁੱਤ ਹੈਗੀ ਆ ਉਹ ਕੀ ਹੈ ਇੱਕੋ ਜਿਹੀ ਨਹੀਂ ਗੀ। ਮਤਲਬ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਸਰਦੀਆਂ ਵਿੱਚ ਵਰਖਾ ਹੁੰਦੀ ਹੈ, ਕਿਤੇ ਸਾਰਾ ਸਾਲ ਵਰਖਾ ਹੁੰਦੀ ਹੈ, ਅਸੀਂ ਪੜ੍ਹਿਆ ਕਿਤੇ ਵਰਖਾ ਬਹੁਤ ਘੱਟ ਹੁੰਦੀ ਹੈ। ਤਾਂ ਇਸ ਤਰ੍ਹਾਂ ਕੀ ਹੈ ਵਰਖਾ ਦੀ ਰੁੱਤ ਅਤੇ ਮਾਤਰਾ। ਜਿਵੇਂ ਕਹ ਲਓ ਕਿ ਦੇਸ਼ ਦੀ ਵਧੇਰੇ ਵਰਖਾ ਦਾ ਜਿਵੇਂ 87% ਹਿੱਸਾ ਮਾਰਚ ਤੋਂ ਸਤੰਬਰ ਤੱਕ ਦੀ ਗਰਮੀਆਂ ਦੀ ਰੁੱਤ ਵਿੱਚ ਮੌਨਸੂਨ ਪੌਣਾ ਰਾਹੀਂ ਹੁੰਦਾ ਹੈ, 87% ਜਿਹੜਾ। ਬਾਕੀ ਦਾ ਜਿਹੜਾ 13% ਹੈ ਉਹ ਮਾਨਸੂਨ ਰੁੱਤ ਤੋਂ ਬਾਅਦ ਸਰਦੀਆਂ ਦੇ ਮਹੀਨਿਆਂ ਵਿੱਚ ਚੱਕਰਵਾਤਾਂ ਤੋਂ ਵਾਪਸ ਮੁੜਦੀਆਂ ਮੌਨਸੂਨ ਪੌਣਾ ਦੁਆਰਾ ਪ੍ਰਦਾਨ ਕੀਤਾ ਜਾਂਦਾ। ਠੀਕ ਹੈ ਜੀ, ਦੇਸ਼ ਦੀ 74% ਜਿਹੜੀ ਵਰਖਾ ਰੁੱਤ ਵਿੱਚ ਜੂਨ ਤੋਂ ਲੈ ਕੇ ਸਤੰਬਰ ਤੱਕ ਹੁੰਦੀ ਹੈ। ਅਸਥਿਰਤਾ ਮੀਨਸ ਜੋ ਵਰਖਾ ਹੁੰਦੀ ਹੈ ਉਹ ਭਰੋਸੇਯੋਗ ਨਹੀਂ ਹੈ। ਅਸਥਿਰਤਾ ਮੀਨਸ ਭਰੋਸੇਯੋਗ ਨਾ ਹੋਣਾ। ਇਹ ਜ਼ਰੂਰੀ ਨਹੀਂ ਹੈ ਕਿ ਵਰਖਾ ਇੱਕ ਸਮਾਨ ਹੁੰਦੀ ਰਹੇ ਜਾਂ ਫਿਰ ਨਾ ਹੀ ਹੋਵੇ।
ਵਰਖਾ ਦੀ ਇਸ ਅਸਥਿਰਤਾ ਕਰਕੇ ਹੀ ਅਕਸਰ ਭੁੱਖਮਰੀ ਦੇ ਅਕਾਲ ਪੈ ਜਾਂਦਾ ਹੈ। ਇਹ ਅਸਥਿਰਤਾ ਜਿਹੜੀ ਸਾਡੇ ਦੇਸ਼ ਦੇ ਅੰਦਰੂਨੀ ਹਿੱਸੇ ਅਤੇ ਰਾਜਸਥਾਨ ਵੱਲ ਵੱਧਦੀ ਜਾਂਦੀ, ਮਤਲਬ ਕਹਿਣ ਦਾ ਮਤਲਬ ਹੈ ਕਿ ਸਾਡੇ ਦੇਸ਼ ਵਿੱਚ ਅਸਥਿਰਤਾ ਭਰੋਸੇਯੋਗ ਨਹੀਂ ਹੈ। ਵਰਖਾ ਕਿਸੇ ਟਾਈਮ ਤਾਂ ਇੰਨੀ ਬਾਰਿਸ਼ ਕਰ ਜਾਂਦੀ ਹੈ ਕਿ ਫਸਲਾਂ ਬਰਬਾਦ ਹੋ ਜਾਂਦੀਆਂ, ਪਰ ਕਿਸੇ ਟਾਈਮ ਬਾਰਿਸ਼ ਹੁੰਦੀ ਹੀ ਨਹੀਂ ਕਿ ਫਸਲਾਂ ਸੋਕੇ ਨਾਲ ਖਰਾਬ ਹੋ ਜਾਂਦੀਆਂ। ਆਸਮਾਨ ਵੰਡ, ਇਹ ਤੁਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਆਸਮਾਨ ਵੰਡ ਮੀਨਸ ਵੀ ਦੇਸ਼ ਦੇ ਵਿੱਚ ਕਈ ਸਥਾਨ ਤਾਂ ਇਸ ਤਰ੍ਹਾਂ ਦੇ ਹੈਗੇ ਜਿੱਥੇ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ, ਪਰ ਕੁਝ ਸਥਾਨ ਇਸ ਤਰ੍ਹਾਂ ਦੇ ਹੈਗੇ ਆ ਜਿਵੇਂ ਜਿੱਥੇ ਵਰਖਾ ਬਹੁਤ ਘੱਟ ਹੁੰਦੀ ਹੈ। ਜਿਵੇਂ ਕਹਿ ਲਓ ਚਿਰਾਪੂੰਜੀ, ਮਸੀਂ ਨਰਮ ਜਿਹੜਾ ਇਲਾਕਾ, ਉੱਥੇ ਸੰਸਾਰ ਦੀ ਵੀ ਸਭ ਤੋਂ ਵੱਧ ਵਰਖਾ ਜੋ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਪਰ ਉਸੇ ਤਰ੍ਹਾਂ ਹੀ ਜਿਹੜਾ ਮਤਲਬ ਆਪਣਾ ਗੁਜਰਾਤ ਅਤੇ ਉੱਤਰ ਪੱਛਮੀ ਕਸ਼ਮੀਰ ਜਾਂ ਕਹਿ ਲਓ ਪੱਛਮੀ ਰਾਜਸਥਾਨ, ਇਸ ਤਰ੍ਹਾਂ ਦੇ ਇਲਾਕੇ ਹੈਗੇ ਜਿੱਥੇ ਵਰਖਾ ਬਹੁਤ ਘੱਟ ਹੁੰਦੀ ਹੈ। ਅਨਿਸ਼ਚਿਤਤਾ, ਅਨਿਸ਼ਚਿਤਤਾ ਮੀਨਸ ਜਿਹੜੀ ਵਰਖਾ ਦੀ ਮਾਤਰਾ ਹੈ, ਮੌਨਸੂਨ ਵਰਖਾ ਦੀ ਮਾਤਰਾ ਹੈਗੀ ਉਹ ਪੂਰੀ ਤਰ੍ਹਾਂ ਕੀ ਹੈ, ਨਿਸ਼ਚਿਤ ਨਹੀਂ ਹੈ। ਕਦੇ ਤਾਂ ਮੌਨਸੂਨ ਪਾਉਣਾ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੀਆਂ ਹਨ ਤੇ ਕਦੇ ਬਹੁਤ ਜ਼ਿਆਦਾ ਵਰਖਾ ਹੋਣ ਕਰਕੇ ਕਈ ਥਾਵਾਂ ਤੇ ਹੜ੍ਹ ਵੀ ਆ ਜਾਂਦੇ ਆ। ਪਰ ਕਿਸੇ ਟਾਈਮ ਕੀ ਹੈ, ਕਦੇ ਕਦੇ ਇਹ ਇੰਨੀ ਘੱਟ ਹੁੰਦੀ ਹੈ ਜਾਂ ਫਿਰ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਵੀ ਕਹਿ ਲਓ ਸੋਕਾ ਪੈ ਜਾਂਦਾ, ਫਸਲਾਂ ਨਸ਼ਟ ਹੋ ਜਾਂਦੀਆਂ। ਖੁਸ਼ਕ ਅੰਤਰਾਲ, ਖੁਸ਼ਕ ਅੰਤਰਾਲ ਦਾ ਕੀ ਅਰਥ ਹੈ, ਕਈ ਵਾਰ ਗਰਮੀਆਂ ਵਿੱਚ ਮੌਨਸੂਨ ਵਰਖਾ ਲਗਾਤਾਰ ਨਾ ਹੋ ਕੇ ਕੁਝ ਦਿਨ ਜਾਂ ਹਫ਼ਤਿਆਂ ਦੇ ਫਰਕ ਨਾਲ ਹੁੰਦੀ ਹੈ। ਇਸ ਨਾਲ ਵਰਖਾ ਚੱਕਰ ਟੁੱਟ ਜਾਂਦਾ ਹੈ ਅਤੇ ਵਰਖਾ ਰੁੱਤ ਵਿੱਚ ਇੱਕ ਲੰਬਾ ਅਤੇ ਖੁਸ਼ਕ ਸਮਾਂ ਆ ਜਾਂਦਾ ਹੈ। ਇਸ ਨੂੰ ਅਸੀਂ ਕੀ ਕਹਾਂਗੇ, ਮੌਨਸੂਨੀ ਰੁਕਾਵਟ ਜਾਂ ਅਸੀਂ ਖੁਸ਼ਕ ਅੰਤਰਾਲ ਕਹਿ ਦਿੰਦੇ ਹਾਂ। ਠੀਕ ਹੈ, ਕਲੀਅਰ ਹੋ ਗਿਆ ਖੁਸ਼ਕ ਅੰਤਰਾਲ। ਪਰਬਤੀ ਵਰਖਾ, ਹੁਣ ਪਰਬਤੀ ਵਰਖਾ ਦੇ ਵਿੱਚ ਕੀ ਹੈ, ਜਿਹੜੀ ਮੌਨਸੂਨੀ ਵਰਖਾ ਅਸਲ ਵਿੱਚ ਨਮੀ ਵਾਲੀ ਪੌਣਾ ਦੁਆਰਾ ਪਰਬਤਾਂ ਅਤੇ ਮੈਦਾਨੀ ਭਾਗਾਂ ਦੇ ਨਾਲ ਨਾਲ ਉਚਾਈ ਗ੍ਰਹਿਣ ਕਰ ਲੈਣ ਕਰਕੇ ਤੇ ਠੰਡੀ ਹੋ ਜਾਣ ਕਾਰਨ ਹੁੰਦੀ ਹੈ। ਇਸ ਕਰਕੇ ਪਰਬਤਾਂ ਦੀਆਂ ਦੱਖਣੀ ਅਤੇ ਪੌਣ ਮੁਖੀ ਢਲਾਨਾਂ ਤੇ ਜ਼ਿਆਦਾ ਵਰਖਾ ਹੁੰਦੀ ਹੈ ਅਤੇ ਪਰਬਤਾਂ ਦੀਆਂ ਉੱਤਰੀ ਤੇ ਪੌਣ ਵਿਮੁਖੀ ਢਲਾਨਾਂ ਤੇ, ਯਾਨੀ ਕਿ ਜਦ ਪਰਬਤਾਂ ਦੇ ਉੱਪਰ ਨੂੰ ਉਹ ਪੌਣ ਚੜ੍ਹਦੀ ਹੈ, ਇਹ ਡਾਇਗਰਾਮ ਅਨੁਸਾਰ ਅਸੀਂ ਬੜੇ ਵਧੀਆ ਤਰੀਕੇ ਨਾਲ ਇਸ ਨੂੰ ਸਮਝ ਸਕਦੇ ਹਾਂ, ਤਾਂ ਉਹ ਉੱਪਰ ਜਾ ਕੇ ਉਹਦੇ ਤੇ ਵਰਖਾ ਕਰ ਦਿੰਦੀ ਹੈ। ਠੀਕ ਹੈ, ਜੋ ਉੱਪਰ ਨੂੰ ਮਤਲਬ ਢਲਾਨ ਚੜ੍ਹ, ਪਰ ਜਦੋਂ ਨੀਚੇ ਨੂੰ ਆਉਂਦੀਆਂ ਪਰਬਤਾਂ ਤੋਂ ਉਹੀ ਪਾਉਣਾ ਤਾਂ ਉਹ ਕੀ ਆ, ਨਮੀ ਰਹਿਤ ਹੁੰਦੀ ਹੈ ਕਿਉਂਕਿ ਉੱਪਰ ਜਾ ਕੇ ਵਰਖਾ ਕਰ ਦਿੰਦੀਆਂ, ਇਸ ਕਰਕੇ ਉਹ ਵਰਖਾ ਨਹੀਂ ਹੈ। ਮੌਲੇਦਾਰ ਵਰਖਾ, ਮੌਨਸੂਨੀ ਰੁੱਤ ਵਿੱਚ ਵਰਖਾ ਅਕਸਰ ਬਹੁਤ ਜ਼ਿਆਦਾ ਮਾਤਰਾ ਵਿੱਚ ਅਤੇ ਕਈ ਕਈ ਦਿਨ ਹੁੰਦੀ ਰਹਿੰਦੀ ਹੈ। ਇਸੇ ਕਰਕੇ ਹੀ ਕਹਾਵਤ ਹੈ, ਇਸੇ ਕਰਕੇ ਆਪਣੇ ਪਹਾੜ ਦੀ ਇੱਕ ਕਹਾਵਤ ਮਸ਼ਹੂਰ ਹੈ, ਵਰਖਾ ਪੈਂਦੀ ਨਹੀਂ ਬਲਕਿ ਕਹਿ ਦਿੰਦੇ ਆ ਗਿਰਦੀ ਹੈ। ਮੌਲੇਦਾਰ ਵਰਖਾ ਵੀ ਜਿਹੜੀ ਮੌਨਸੂਨ ਪੌਣਾ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ। ਤਾਂ ਇਹ ਕੀ ਆ, ਮੌਨਸੂਨ ਵਰਖਾ ਦੀਆਂ ਵਿਸ਼ੇਸ਼ਤਾਵਾਂ ਸੀਗੀਆਂ। ਬੁੱਕ ਦੀ ਹੈਲਪ ਦੇ ਨਾਲ ਅਸੀਂ ਇਸ ਨੂੰ ਪੂਰਾ ਲੈਸਨ ਨੂੰ ਪੂਰਾ ਕਰ ਲੈਣਾ ਹੈ। ਭਾਰਤ ਅੰਦਰ ਸਾਲਾਨਾ ਵਰਖਾ ਦੀ ਵੰਡ, ਹੁਣੇ ਅਸੀਂ ਸ਼ੁਰੂ ਤੋਂ ਹੀ ਲੈਸਨ ਦੇ ਵਿੱਚ ਪੜ੍ਹਦੇ ਆਏ ਹਾਂ। ਬਹੁਤ ਜ਼ਿਆਦਾ ਵਰਖਾ ਵਾਲੇ ਖੇਤਰ, ਇਹਦੇ ਵਿੱਚ 200 ਸੈਂਟੀਮੀਟਰ ਤੋਂ ਵੱਧ ਦਾਦਰਾ ਨਗਰ ਤੇ ਹਵੇਲੀ ਤੋਂ ਲੈ ਕੇ ਦੱਖਣ ਵੱਲ ਦੇਸ਼ ਦੇ ਉੱਤਰ ਪੂਰਬੀ ਭਾਗਾਂ ਵਿੱਚ ਤੱਟਾਂ ਤੇ। ਉਸ ਤੋਂ ਬਾਅਦ ਵੱਧ ਵਰਖਾ ਵਾਲੇ ਖੇਤਰ 150 ਤੋਂ 200 ਸੈਂਟੀਮੀਟਰ ਤੱਕ ਉੱਤਰ ਦੱਖਣ ਦਿਸ਼ਾ ਵਿੱਚ ਹਿਮਾਲਿਆ ਦੀਆਂ ਦੱਖਣੀ ਢਲਾਨਾਂ ਤੇ। ਉਸ ਤੋਂ ਬਾਅਦ ਦਰਮਿਆਨੀ ਵਰਖਾ ਵਾਲੇ ਖੇਤਰ 100 ਤੋਂ 150 ਸੈਂਟੀਮੀਟਰ ਤੱਕ, ਇਹਦੇ ਵਿੱਚ ਉੜੀਸਾ, ਉੱਤਰੀ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਪੂਰਬੀ ਉੱਤਰ ਪ੍ਰਦੇਸ਼ ਅਤੇ ਸ਼ਿਵਾਲਿਕ ਪਹਾੜੀਆਂ ਨੈਲੋਰ ਤੋਂ ਲੈ ਕੇ ਦੱਖਣ ਵਿੱਚ ਪੁਆਇੰਟ ਕੈਲੀਮੇਰੇ ਤੱਕ ਪੱਛਮੀ ਘਾਟ ਦੀਆਂ ਪੂਰਬੀ ਢਲਾਨਾਂ ਸ਼ਾਮਲ ਹਨ। ਯਾਨੀ ਕਿ ਇਹਨਾਂ ਦੇ ਵਿੱਚ ਇੰਨੀ ਘੱਟ ਵਰਖਾ ਵਾਲੇ ਖੇਤਰ ਦੇ ਵਿੱਚ 50 ਤੋਂ 100 ਸੈਂਟੀਮੀਟਰ ਤੱਕ ਦੀ ਜਿਹੜੀ ਵਰਖਾ ਉਹ ਰੱਖਿਆ ਜਾਂਦਾ ਹੈਗਾ। ਇਹਦੇ ਵਿੱਚ ਪੱਛਮੀ ਮੱਧ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਪੂਰਬੀ ਰਾਜਸਥਾਨ, ਗੁਜਰਾਤ, ਅੰਦਰੂਨੀ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ ਅਤੇ ਦੱਖਣੀ ਆਂਧਰਾ ਪ੍ਰਦੇਸ਼ ਸ਼ਾਮਲ ਹੈ। ਬਹੁਤ ਘੱਟ ਵਰਖਾ ਵਾਲੇ ਖੇਤਰ ਦੇ ਵਿੱਚ, ਜਿਨ੍ਹਾਂ ਦੇ ਵਿੱਚ 50 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ, ਕਛ ਅਤੇ ਪੱਛਮੀ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਦੱਖਣ ਪੱਛਮੀ ਖੇਤਰ। ਇਹ ਕੀ ਹੈ, ਭਾਰਤ ਜਿਹੜੀ ਸਾਲਾਨਾ ਵਰਖਾ ਦੀ ਵੰਡ ਕੀਤੀ ਗਈ ਹੈ। 200 ਸੈਂਟੀਮੀਟਰ ਤੋਂ ਵੱਧ ਵਰਖਾ ਵਾਲੇ 150 ਤੋਂ 200 ਸੈਂਟੀਮੀਟਰ ਤੱਕ, 150 ਸੈਂਟੀਮੀਟਰ ਤੱਕ, ਔਰ 50 ਤੋਂ 100 ਸੈਂਟੀਮੀਟਰ ਜਾਂ 50 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਵਾਲੇ ਵੀ ਜਿਹੜੇ ਸਾਡੇ ਦੇਸ਼ ਦੇ ਵਿੱਚ ਰਹਿ ਕੇ ਪਾਏ ਜਾਂਦੇ। ਹੁਣ ਰੁੱਤ ਚੱਕਰ ਦੇ ਵਿੱਚ ਕੀ ਹੈ, ਇਸ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਸਰਦ ਮੌਸਮ ਦੀ ਰੁੱਤ, ਜਿਹੜੀ ਸਰਦੀ ਦੀ ਰੁੱਤ ਹੈਗੀ ਆ, ਮੱਧ ਦਸੰਬਰ ਤੋਂ ਲੈ ਕੇ ਫਰਵਰੀ ਤੱਕ ਦੀ ਹੁੰਦੀ ਹੈ ਜੀ। ਗਰਮੀ ਮੌਸਮ ਦੀ ਰੁੱਤ ਹੈ ਜਿਹੜੀ ਮਾਰਚ ਤੋਂ ਲੈ ਕੇ ਮੱਧ ਜੂਨ ਤੱਕ ਹੁੰਦੀ ਹੈ। ਬਰਸਾਤ ਦੇ ਮੌਸਮ ਦੀ ਰੁੱਤ ਹੈ ਜਿਹੜੀ ਮੱਧ ਜੂਨ ਤੋਂ ਮੱਧ ਸਤੰਬਰ ਤੱਕ ਹੁੰਦੀ ਹੈ। ਤੇ ਵਾਪਸ ਮੁੜਦੀਆਂ ਮੌਨਸੂਨ ਪੌਣਾ ਦੀ ਰੁੱਤ ਦਾ ਸਮਾਂ
ठीक है। वो ਜਿਹੜਾ ਇਸ ਤੋਂ ਜੋ ਵੀ ਕਹਿ ਲਓ ਵੀ ਜੋ ਬਾਕੀ ਬਚ ਗਿਆ ਉਹ ਵਾਪਸ ਮੁੜਦੀਆਂ ਪੌਣਾ ਦੀ ਰੁੱਤ ਦਾ ਸਮਾਂ ਇਹਦੇ ਵਿੱਚ ਐਡਜਸਟ ਹੋ ਜਾਂਦਾ। ਠੀਕ ਹੈ, ਇਸ ਤਰ੍ਹਾਂ ਇਸ ਰੁੱਤ ਚੱਕਰ ਨੂੰ ਕੀ ਆ 4 ਭਾਗਾਂ ਦੇ ਵਿੱਚ ਵੰਡਿਆ ਜਾਂਦਾ। ਅੱਗੇ ਆ ਗਿਆ ਜੀ ਸਾਡੇ ਕੋਲੇ ਭਾਰਤੀ ਜੀਵਨ ਅਤੇ ਮੌਨਸੂਨ ਪੌਣਾ। ਹੁਣ ਜਿਹੜੀਆਂ ਮੌਨਸੂਨ ਪੌਣਾ ਭਾਰਤੀ ਜੀਵਨ ਤੇ ਕੀ ਅਸਰ ਪਾਉਂਦੀਆਂ, ਕਿਸ ਤਰ੍ਹਾਂ ਪ੍ਰਭਾਵਿਤ ਕਰਦੀਆਂ। ਹਰੇਕ ਖੇਤਰ ਦੇ ਆਰਥਿਕ, ਧਾਰਮਿਕ ਅਤੇ ਸਮਾਜਿਕ ਵਿਕਾਸ ਉੱਤੇ ਉਸ ਖੇਤਰ ਦੇ ਜਲਵਾਯੂ ਦਾ ਡੂੰਘਾ ਅਸਰ ਪੈਂਦਾ ਹੈ। ਆਰਥਿਕ, ਧਾਰਮਿਕ ਅਤੇ ਸਮਾਜਿਕ ਵਿਕਾਸ ਉੱਤੇ ਉਸ ਖੇਤਰ ਦੇ ਜਲਵਾਯੂ ਦਾ ਡੂੰਘਾ ਅਸਰ ਪੈਂਦਾ ਹੈ। ਭਾਰਤੀ ਜੀਵਨ ਪੂਰੀ ਤਰ੍ਹਾਂ ਖੇਤੀਬਾੜੀ ਦੇ ਆਧਾਰਿਤ ਹੈ ਤੇ ਇਸ ਦੇ ਵਿਕਾਸ ਵਿੱਚ ਮੌਨਸੂਨੀ ਵਰਖਾ ਇੱਕ ਸੁਦ੍ਰਿੜ ਆਧਾਰ ਪ੍ਰਦਾਨ ਕਰਦੀ ਹੈ। ਜੇਕਰ ਮੌਨਸੂਨੀ ਵਰਖਾ ਸਹੀ ਸਮੇਂ ਅਤੇ ਸਹੀ ਮਾਤਰਾ ਵਿੱਚ ਹੋ ਜਾਵੇ ਤਾਂ ਖੇਤੀ ਦਾ ਉਤਪਾਦਨ ਵੱਧ ਜਾਂਦਾ ਹੈ ਤੇ ਇਸ ਦੀ ਅਸਫਲਤਾ ਦੇ ਕਾਰਨ ਫਸਲਾਂ ਸੁੱਕ ਜਾਂਦੀਆਂ ਹਨ ਅਤੇ ਅਨਾਜ ਦੀ ਘਾਟ ਆ ਜਾਂਦੀ ਹੈ ਤੇ ਇਹਨਾਂ ਦੇ ਪਹਿਲਾਂ ਆ ਜਾਣ ਨਾਲ ਹੜ੍ਹ ਆ ਜਾਂਦੇ ਹਨ। ਇਸ ਤਰ੍ਹਾਂ ਖੇਤੀਬਾੜੀ ਅਤੇ ਮੌਨਸੂਨ ਵਰਖਾ ਵਿੱਚ ਡੂੰਘਾ ਸੰਬੰਧ ਬਣ ਜਾਂਦਾ। ਠੀਕ ਹੈ ਜੀ, ਯਾਨੀ ਕਿ ਸਾਨੂੰ ਪਤਾ ਹੀ ਹੈ ਕਿ ਖੇਤੀਬਾੜੀ ਦੇ ਉੱਪਰ ਸਾਡਾ ਜਿਹੜਾ ਭਾਰਤ ਦਾ ਬਹੁਤ ਵੱਡਾ ਹਿੱਸਾ ਨਿਰਭਰ ਹੈ। ਅਗਰ ਮੌਨਸੂਨ ਪਾਉਣਾ ਸਹੀ ਸਮੇਂ 'ਤੇ ਠੀਕ ਆ ਜਾਣ ਤਾਂ ਖੇਤੀਬਾੜੀ ਹੋਵੇਗੀ, ਫਸਲ ਭਰਪੂਰ ਹੋਵੇਗੀ, ਕਿਸਾਨ ਖੁਸ਼ ਹੋਵੇਗਾ, ਦੇਸ਼ ਖੁਸ਼ਹਾਲ ਹੋਵੇਗਾ। ਅਗਰ ਉਹੀ ਮੌਨਸੂਨ ਪਾਉਣਾ ਲੇਟ ਆਉਣਗੀਆਂ ਜਾਂ ਬਹੁਤ ਜ਼ਿਆਦਾ ਕਈ ਵਾਰੀ ਫਸਲਾਂ ਬਰਬਾਦ ਕਰ ਦੇਣ ਤਾਂ ਉਹ ਭੁੱਖਮਰੀ ਦੀ ਹਾਲਤ ਪੈਦਾ ਹੋ ਜਾਂਦੀ। ਇਸ ਤੋਂ ਅੱਗੇ ਇਸ ਪਾਠ ਨਾਲ ਸੰਬੰਧਿਤ ਮੈਪ ਹੈ ਬੇਟਾ, ਤੁਸੀਂ ਧਿਆਨ ਨਾਲ ਦੇਖ ਲੈਣੇ। ਮੈਪ ਗਰਮੀਆਂ ਦੀਆਂ ਮੌਨਸੂਨ ਪੌਣਾ ਦੀ ਦਿਸ਼ਾ ਦਿਖਾਈ ਗਈ ਹੈ। ਹਿੰਦ ਮਹਾਸਾਗਰ ਦੇਖ ਰਹੇ ਹੋ, ਐਰੋ ਲੱਗੇ ਹੋਏ ਆ। ਇਸੇ ਤਰ੍ਹਾਂ ਅਸੀਂ ਆਪਣੇ ਮੈਪ ਲੈ ਕੇ ਉਹਨਾਂ ਦੇ ਉੱਪਰ ਇਸੇ ਤਰ੍ਹਾਂ ਹੀ ਇਹਨਾਂ ਨੂੰ ਮੈਂਸ਼ਨ ਕਰਾਂ। ਗਰਮੀਆਂ ਦੀਆਂ ਮੌਨਸੂਨ ਪੌਣਾ ਨੀਚੇ ਲਿਖਿਆ ਹੋਇਆ, ਬੜਾ ਇੰਪੋਰਟੈਂਟ ਹੈ ਇਹ। ਮੌਨਸੂਨ ਪੌਣਾ ਦਾ ਹਰ ਸਾਲ ਜੂਨ ਮਹੀਨੇ ਤੋਂ ਸ਼ੁਰੂ ਹੋ ਕੇ ਅੱਧ ਸਤੰਬਰ ਤੱਕ ਚੱਲਦੀਆਂ ਹਨ। ਇਸ ਰੁੱਤ ਨੂੰ ਦੱਖਣ ਪੱਛਮੀ ਮੌਨਸੂਨ ਦੀ ਰੁੱਤ ਕਿਹਾ ਜਾਂਦਾ ਹੈ। ਇਹ ਪੌਣਾ 30 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਚੱਲਦੀਆਂ ਹੋਈਆਂ 1 ਜੂਨ ਨੂੰ ਕੇਰਲਾ ਦੇ ਤੱਟ 'ਤੇ ਅਚਾਨਕ ਭਾਰੀ ਵਰਖਾ ਕਰਦੀਆਂ ਹਨ, ਜਿਸ ਨੂੰ ਮੌਨਸੂਨ ਦਾ ਫਟਣਾ ਕਿਹਾ ਜਾਂਦਾ ਹੈ। ਤਾਂ ਇਸੇ ਤਰ੍ਹਾਂ ਤੁਸੀਂ ਇਹ ਐਰੋ ਲਗਾ ਕੇ ਇਸ ਨੂੰ ਮੈਪ ਆਪਣੇ ਜਿਹੜੇ ਭਰਨੇ ਹੈਗੇ ਆ। ਮੈਪ ਨੰਬਰ 3 ਦੇ ਵਿੱਚ ਅਗਲੇ ਮੈਪ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੰਕੇਤ ਨੀਚੇ ਇਸੇ ਤਰ੍ਹਾਂ ਅਸੀਂ ਵੀ ਬਣਾਉਣਾ ਹੈਗਾ ਔਰ ਮੈਪ ਭਰਨ ਲੱਗੇ ਬੜੇ ਹੀ ਸਾਫ਼ ਤਰੀਕੇ ਦੇ ਨਾਲ। ਕੋਈ ਵੀ ਮੈਪ ਆ ਜਿਹੜਾ ਬਹੁਤ ਹੀ ਸਾਫ਼ ਤਰੀਕੇ ਦੇ ਨਾਲ ਉਸ ਨੂੰ ਫਿਲ ਕਰਨਾ। ਅਸੀਂ ਕਲਰ ਦਾ ਪ੍ਰਯੋਗ ਕਰ ਸਕਦੇ ਹਾਂ ਪਰ ਬੜੇ ਹੀ ਸਾਵਧਾਨੀ ਦੇ ਨਾਲ। ਘੱਟ ਵਰਖਾ ਵਾਲੇ ਖੇਤਰ ਤੁਸੀਂ ਦੇਖ ਰਹੇ ਹੋ 0 ਤੋਂ 50 ਸੈਂਟੀਮੀਟਰ ਸਾਲਾਨਾ ਵਰਖਾ, ਨੀਚੇ ਸਥਾਨ ਲਿਖੇ ਵੀ ਹੋਏ ਆ। ਤਾਂ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਪੀਲੇ ਕਲਰ ਦੇ ਨਾਲ ਸੰਕੇਤ ਦਿੱਤਾ ਹੋਇਆ ਉਹਨਾਂ ਨੇ, ਪੀਲੇ ਰੰਗ ਦੇ ਨਾਲ। ਭਾਰਤ ਵਿੱਚ ਗੁਜਰਾਤ, ਰਾਜਸਥਾਨ ਦਾ ਪੱਛਮੀ ਭਾਗ ਅਤੇ ਦੱਖਣੀ ਭਾਰਤ ਦਾ ਮੱਧਵਰਤੀ ਹਿੱਸਾ ਮੌਨਸੂਨ ਰੁੱਤ ਵਿੱਚ ਘੱਟ ਵਰਖਾ ਪ੍ਰਾਪਤ ਕਰਨ ਵਾਲੇ ਖੇਤਰ ਹਨ। ਰਾਜਸਥਾਨ ਵਿੱਚ ਅਰਾਵਲੀ ਪਰਬਤ ਅਤੇ ਦੱਖਣ ਪੱਛਮੀ ਮੌਨਸੂਨ ਪੌਣਾ ਦੀ ਦਿਸ਼ਾ ਦੇ ਸਮਾਂਤਰ ਉੱਤਰ ਦੱਖਣ ਦਿਸ਼ਾ ਵਿੱਚ ਸਥਿਤ ਹੋਣ ਕਰਕੇ ਵਰਖਾ ਤੋਂ ਬਗੈਰ ਰਹਿ ਜਾਂਦਾ ਹੈ। ਦੱਖਣ ਭਾਰਤ ਦਾ ਮੱਧਵਰਤੀ ਹਿੱਸਾ ਪੱਛਮੀ ਘਾਟ ਦੇ ਪੂਰਬੀ ਅਤੇ ਵਾਲੇ ਪਾਸੇ ਵਰਖਾ ਉਹਲੇ ਪਾਸਾ ਹੋਣ ਕਾਰਨ ਘੱਟ ਪ੍ਰਾਪਤ ਕਰਦਾ ਹੈ। ਠੀਕ ਹੈ, ਇਸ ਤਰ੍ਹਾਂ ਅਸੀਂ ਇਹ ਮੈਪ ਕਰ ਲੈਣੇ ਆ। ਉਸ ਤੋਂ ਅਗਲਾ ਮੈਪ ਹੈਗਾ ਜਿਹੜਾ ਗਰਮੀਆਂ ਦੀ ਘੱਟ ਵਾਯੂਦਾਬ। ਗਰਮੀਆਂ ਦਾ ਘੱਟ ਵਾਯੂਦਾਬ ਕਿੱਥੇ ਪੁਆਇੰਟ ਦਰਸਾਇਆ ਗਿਆ ਸੀ। ਉਸੇ ਤਰ੍ਹਾਂ ਪਹਿਲਾਂ ਦੱਖਣ ਪੱਛਮੀ ਮੌਨਸੂਨ ਪਾਉਣਾ ਦੀ ਦਿਸ਼ਾ ਵੀ ਉਹਨਾਂ ਨੇ ਦਿਖਾਈ ਆ, ਐਰੋ ਲਗਾਉਣੇ ਆ। ਇਸੇ ਤਰ੍ਹਾਂ ਸੇਮ ਹੀ ਅਸੀਂ ਇਸ ਨੂੰ ਆਪਣੇ ਮੈਪਸ ਦੇ ਉੱਪਰ ਇਹਨੂੰ ਫਿਲ ਕਰਨਾ। ਅਗਲਾ ਜਿਹੜਾ ਮੈਪ ਹੈਗਾ ਸਰਦੀਆਂ ਦੀ ਵਰਖਾ ਵਾਲੇ ਖੇਤਰ ਹੈਗਾ, ਪਿੰਕ ਕਲਰ ਗੁਲਾਬੀ ਰੰਗ ਦੇ ਨਾਲ ਉਸ ਨੂੰ ਉਸਨੇ ਦਰਸਾਇਆ ਗਿਆ। ਅਗਲੇ ਮੈਪ ਦੇ ਵਿੱਚ ਉੱਤਰ ਪੂਰਬੀ ਮੌਨਸੂਨ ਪੌਣਾ ਦੀ ਦਿਸ਼ਾ ਦਿਖਾਈ ਗਈ ਆ। ਇਸੇ ਤਰ੍ਹਾਂ ਅਸੀਂ ਐਰੋ ਲਗਾ ਕੇ ਉੱਤਰ ਪੂਰਬੀ ਮੌਨਸੂਨ ਪੌਣਾ ਦੀ ਜਿਹੜੀ ਦਿਸ਼ਾ ਹੈਗੀ ਆ ਆਪਣੀ ਜਿਹੜੀ ਆ ਆਪਣੇ ਮੈਪ ਦੇ ਉੱਪਰ ਫਿਲ ਕਰਨੀ ਆ। ਬੇਟਾ ਇੱਕ ਮੈਪ ਬੁੱਕ ਇਸੇ ਤਰ੍ਹਾਂ ਤੁਸੀਂ ਤਿਆਰ ਕਰ ਲੈਣੀ ਆ, ਉਸ ਦੇ ਉੱਪਰ ਬਹੁਤ ਹੀ ਸੋਹਣੇ ਸੁੰਦਰ ਮੈਪ ਭਰ ਕੇ। ਉਸ ਤੋਂ ਅੱਗੇ ਦੇਖੋ ਇੱਥੇ ਸੰਕੇਤ ਬਣੇ ਹੋਏ ਆ। ਜੈਸਲਮੇਰ ਇਹ ਸ਼ਹਿਰ ਰਾਜਸਥਾਨ ਵਿੱਚ ਬਹੁਤ ਘੱਟ ਸਾਲਾਨਾ ਵਰਖਾ ਵਾਲਾ ਖੇਤਰ ਹੈ। ਤੁਹਾਡੇ ਤੋਂ ਪੁੱਛਿਆ ਜਾਂਦਾ ਕੋਈ ਇੱਕ ਬਹੁਤ ਘੱਟ ਸਾਲਾਨਾ ਵਰਖਾ ਵਾਲਾ ਖੇਤਰ ਰਾਜਸਥਾਨ ਦੇ ਵਿੱਚ ਦਰਸਾਓ, ਤਾਂ ਉਹਨਾਂ ਨੇ ਜਿਸ ਤਰ੍ਹਾਂ ਦੇਖੋ ਸੰਕੇਤ ਦੇ ਵਿੱਚ ਘੱਟ ਵਰਖਾ ਲੈ ਕੇ ਸਟਾਰ ਬਣਾਇਆ ਹੋਇਆ, ਫਿਰ ਉਸ ਨੂੰ ਉੱਥੇ ਮੈਂਸ਼ਨ ਕੀਤਾ ਹੋਇਆ। ਇਲਾਹਾਬਾਦ ਭਾਰਤ ਦੀ ਮਾਨਕ ਲੰਬਕਾਰ 82 ਡਿਗਰੀ 30 ਠੀਕ ਹੈ 30 ਡਿਗਰੀ ਸਾਲਾਨਾ ਡਿਗਰੀ ਲੰਬਕਾਰ ਇਸ ਵਿੱਚੋਂ ਲੰਘਦੀ ਹੈ। ਕਿੱਥੋਂ? ਇਲਾਹਾਬਾਦ। ਬਹੁਤ ਮਹੱਤਵਪੂਰਨ ਹੈ, ਇਸ ਨੂੰ ਚੰਗੀ ਤਰ੍ਹਾਂ ਨੋਟ ਡਾਊਨ ਕਰਨਾ। ਦੇਖੋ ਸੰਕੇਤ ਬਣਾਇਆ ਹੋਇਆ ਔਰ ਇੱਕ ਰੈੱਡ ਕਲਰ ਦੀ ਤੁਹਾਨੂੰ ਡਾਟ ਲਾਈਨ ਲਗਾਈ ਹੋਈ ਹੈ ਜੋ ਸਾਡੀ ਮਾਨਕ ਲੰਬਕਾਰ ਦਿਖਾ। ਚਿਰਾਪੂੰਜੀ ਜਿੱਥੇ ਕਿ ਬਹੁਤ ਵਧੇਰੇ ਸਾਲਾਨਾ ਵਰਖਾ ਹੁੰਦੀ ਹੈ। ਉਸ ਤੋਂ ਬਾਅਦ ਚੇਨਈ ਤਾਮਿਲਨਾਡੂ ਦੇ ਪੂਰਬੀ ਤੱਟ 'ਤੇ ਸਥਿਤ ਮੁੱਖ ਬੰਦਰਗਾਹ ਤੇ ਰਾਜਧਾਨੀ ਸ਼ਹਿਰ ਹੈ। ਠੀਕ ਹੈ, ਯਾਨੀ ਕਿ ਇਸ ਤਰ੍ਹਾਂ ਅਸੀਂ ਇਸੇ ਤਰ੍ਹਾਂ ਸੇਮ ਮੈਪ ਬਣਾਉਣੇ ਆ, ਫਿਰ ਉਹਨਾਂ ਨੂੰ ਫਿਲ ਕਰਨਾ। ਸੰਕੇਤ ਜ਼ਰੂਰ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਉਣੇ। ਅਗਲੇ ਮੈਪ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਆ ਉੱਤਰ ਊਸ਼ਨ ਸਮੇਲਖੰਡ ਦੇ ਵਿੱਚ ਲਾਈਨ ਲਗਾਈ ਹੋਈ ਹੈ। ਦੇਖ ਲੈਣਾ ਸਟਾਰ ਦੀ ਜੋ ਉਹਨਾਂ ਨੇ ਸੰਕੇਤ ਬਣਾਇਆ 200 ਸੈਂਟੀਮੀਟਰ ਤੋਂ ਵੱਧ ਵਰਖਾ ਵਾਲੇ ਖੇਤਰਾਂ ਦਾ
ਜਿਹੜਾ ਉਸਨੇ ਸਾਰਾ ਇਹ ਤਿਆਰ ਕੀਤਾ। 200 ਸੈਂਟੀਮੀਟਰ ਤੋਂ ਵੱਧ ਵਰਖਾ ਬਹੁਤ ਈਜ਼ੀ ਆ ਅਗਰ ਇਸ ਨੂੰ ਸਟੈਪ ਬਾਏ ਸਟੈਪ ਅਸੀਂ ਕਰਾਂਗੇ। ਉਸ ਤੋਂ ਅੱਗੇ ਇਸ ਲੈਸਨ ਦੇ ਨਾਲ ਸੰਬੰਧਿਤ ਬੇਟਾ ਪ੍ਰਸ਼ਨ ਉੱਤਰ ਹੈਗੇ ਆ, ਇਹਨਾਂ ਨੂੰ ਤੁਸੀਂ ਆਪਣੀ ਕਾਪੀ ਦੇ ਉੱਪਰ ਨੋਟ ਡਾਊਨ ਕਰ ਸਕਦੇ ਹੋ, ਨੋਟਸ ਬਣਾ ਕੇ ਰੱਖ ਸਕਦੇ ਹੋ। ਵੀਡੀਓ ਤੇਜ਼ ਜਾ ਰਹੀ ਹੋਵੇਗੀ ਤਾਂ ਇਸ ਨੂੰ ਪਾਊਜ਼ ਕਰਕੇ ਇੱਕ ਵਾਰ ਜ਼ਰੂਰ ਸਭ ਨੇ ਇਹ ਜਿਹੜੇ ਆਪਣੇ ਤੁਸੀਂ ਨੋਟਸ ਇੱਥੋਂ ਤਿਆਰ ਕਰ ਸਕਦੇ ਹੋ। ਠੀਕ ਹੈ ਜੀ, ਇਹਦੇ ਵਿੱਚ ਸਾਰੇ ਦੇ ਸਾਰੇ ਕੁਐਸਚਨ ਮਹੱਤਵਪੂਰਨ ਕੁਐਸਚਨ ਔਰ ਈਜ਼ੀ ਵੀ ਦੇ ਨਾਲ ਲਿਖੇ ਹੋਏ ਸਾਰੇ ਦੇ ਸਾਰੇ ਤੁਹਾਨੂੰ ਕੁਐਸਚਨ ਇੱਥੋਂ ਮਿਲ ਜਾਣਗੇ। ਇਹਨਾਂ ਨੂੰ ਤੁਸੀਂ ਪਾਊਜ਼ ਕਰਕੇ ਆਪਣੀ ਕਾਪੀ ਉੱਪਰ ਆਪਣੇ ਨੋਟਸ ਵਗੈਰਾ ਤਿਆਰ ਕਰ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਇਸ ਸਾਰੇ ਦੇ ਸਾਰੇ ਲੈਸਨ ਦੀ ਇੱਕ ਦੋ ਵਾਰ ਰਿਵੀਜ਼ਨ ਕਰੋਗੇ ਤਾਂ ਬੜਾ ਈਜ਼ੀ ਇਹ ਸਾਰੇ ਦਾ ਸਾਰਾ ਲੈਸਨ ਹੈ ਜਿਹੜਾ ਤੁਹਾਨੂੰ ਤੁਹਾਡੇ ਧਿਆਨ ਵਿੱਚ ਰਹਿ ਜਾਏਗਾ। ਪਾਊਜ਼ ਕਰਕੇ ਅਸੀਂ ਇਸ ਦੇ ਸਾਰੇ ਜਿਹੜੇ ਨੋਟਸ ਆ ਆਪਣੇ ਕੋਲੇ ਤਿਆਰ ਕਰ ਲਵਾਂਗੇ। ਠੀਕ ਹੈ, बहुत महत्वपूर्ण प्रश्न है, बड़ा महत्वपूर्ण लैसन है बेटा, बहुत ज़्यादा जानकारी दी हुई है लैसन के तो बड़े ही ध्यान के नाल असीं ये सारे के सारे लैसन की है इसनों कवर करना। ठीक है बेटा, इसी तरह तुसीं इसके नोट्स तैयार करने ने। आप सब का समय शुभ होवे। धन्यवाद जी सारिਆਂ ਦਾ।